ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 135ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਤੁਮ ਹਰ ਸੇਤੀ ਰਾਤੇ ਸੰਤੋ, ਨਿਭਾ ਲੋ ਮੋਕੋ ਪੁਰਖ ਵਿਦਾਤੇ, ਊੜ ਪਚਾਵੋ ਦਾਤੇ ਰਹਾਓ। तुम हर सेती राते संतो, निभा लो मोको पुरख विदाते, ऊड़ पचावो दाते रहाओ। तुमरा मर्म तुमाही जान्या, तुम पूरन पुरख विदाते, राखो सरन अनाथ दीन को, करो हमारी गाते। तरन सागर बोहित चरण तुम्हारे, तुम जानो अपनी पाते, कर कृपा जिस राखो संगे, ताते पार पराते। ईत ओत प्रभ तुम समरथा, सब कुछ तुमरे हाथे, ऐसा निदान दे मोको, हर जन चले हमारे साथे। निर्गुण आरे क्यों गुण कीजे, हर नाम मेरा मन जापे, संत प्रसाद नानक हर पेटे, मन तन शीतल द्रापे। निर्गुण यार क्यों गुण कीजे, हर नाम मेरा मन जापे, संत प्रसाद नानक हर भेटे, मन तन शीतल ਤਰਾਪੇ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਗੁਰਮੁਖੋ, ਸੰਤ ਜਨੋ, ਤੁਸੀਂ ਪਰਮੇਸ਼ਰ ਹਰੀ ਦੇ ਨਾਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਜੁੜੇ ਹੋਏ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਫਲਾਂ ਵਾਲੇ, ਪਾਪ ਸਭ ਫਲ ਦੇਣ ਵਾਲੇ ਵਿਦਾਤੇ ਪਰਮੇਸ਼ਰ, ਮੈਨੂੰ ਆਪਣੀ ਪ੍ਰੀਤ ਵਿੱਚ ਲਗਾ ਲਵੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ ਰੂਪ ਗੁਰਮੁਖੋ, ਸੰਤ ਜਨੋ, ਮੈਨੂੰ ਵੀ ਪਰਮੇਸ਼ਰ ਪ੍ਰੀਤਮ ਦੇ ਮਾਰਗ ਉੱਤੇ ਤੋੜ ਤੱਕ, ਅਖੀਰ ਤੱਕ ਪਹੁੰਚਾ ਦਿਓ ਜੀ। ਭਾਵ ਮੈਨੂੰ ਵੀ ਨਿਮਾਣੇ ਨੂੰ ਆਪਣੀ ਮਿਹਰ ਕਿਰਪਾ ਨਾਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਰਸਤਾ ਪਹੁੰਚਾ ਕੇ ਤੋੜ ਤੱਕ ਪਹੁੰਚਾ ਦਿਓ ਜੀ, ਖੀਰ ਤੱਕ ਪਹੁੰਚਾ ਦਿਓ ਜੀ ਮੇਰੇ, ਤਾਂ ਕਿ ਮੇਰੇ ਅੰਦਰ ਵਸ ਜਾਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਮਰਮ ਭਾਵ ਤੁਹਾਡਾ ਪਰਉਪਕਾਰ ਮੇਰੇ ਤੇ ਹੋਵੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਤੁਹਾਡਾ ਮਰਮ ਭਾਵ ਭੇਦ ਤੁਸੀਂ ਆਪ ਹੀ ਜਾਣਦੇ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਤੁਸੀਂ ਪੂਰਨ ਪੁਰਖ ਵਿਦਾਤੇ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖ ਰੂਪ ਸੰਤੋ, ਮੈਨੂੰ ਅਨਾਥ ਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਆਪਣੀ ਸ਼ਰਨ ਵਿੱਚ, ਆਪਣੇ ਚਰਨਾਂ ਵਿੱਚ ਲਗਾ ਲਵੋ ਜੀ। ਅਤੇ ਫਿਰ ਗੁਰੂ ਜੀ ਕਹਿੰਦੇ ਹਨ, ਮੇਰੀ ਗਤੀ ਭਾਵ ਮੁਕਤੀ ਕਰ ਦਿਓ ਜੀ। ਭਾਵ ਮੇਰਾ ਆਉਣਾ ਸਫਲ ਹੋਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਇਸ ਜਗਤ ਸੰਸਾਰ ਸਮੁੰਦਰ ਤੋਂ ਤਰਨ ਲਈ ਤੁਹਾਡੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਿਮਰਨ ਰੂਪ ਚਰਨ, ਭਾਵ ਤੁਹਾਡਾ ਨਾਮ ਸ਼ਬਦ ਗੁਰਸ਼ਬਦ ਮੇਰੇ ਲਈ ਇੱਕ ਬਹੁਤ ਬਹੁਤ ਭਾਵ ਜਹਾਜ਼ ਰੂਪ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਤੁਸੀਂ ਸਾਰਿਆਂ ਨੂੰ ਕਿਵੇਂ ਤਾਰਦੇ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਜਗਤ ਸੰਸਾਰ ਵਿੱਚ ਤਾਰਨ ਵਾਲੀ ਆਪਣੀ ਰੀਤੀ ਨੂੰ ਤੁਸੀਂ ਆਪ ਹੀ ਜਾਣਦੇ ਹੋ ਜੀ, ਕਿ ਸਾਰਾ ਸੰਸਾਰ, ਸਾਰੀ ਸ੍ਰਿਸ਼ਟੀ ਤੁਹਾਡੇ ਹੁਕਮ 'ਚ ਚੱਲ ਰਹੀ ਹੈ ਜੀ। ਅਤੇ ਉਹਨਾਂ ਵਿੱਚੋਂ ਤੁਸੀਂ ਕੁਛ ਨੂੰ ਤਾਰ ਰਹੇ ਹੋ ਜੀ,
ਕੁਛ ਨੂੰ ਤਹੀ ਰਾਹ ਤਾਰ ਹੈ ਜੀ। ਇਹ ਸਭ ਕੁਛ ਤੁਹਾਡੇ ਹੁਕਮ ਵਿੱਚ ਹੀ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਆਪਣੀ ਮਿਹਰ ਤੇ ਕਿਰਪਾ ਕਰਕੇ ਜਿਸ ਅਥਵਾ ਜਿਤਨੇ ਗੁਰਮੁਖਾਂ ਨੂੰ ਤੁਸੀਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਨਾਲ ਲਗਾਇਆ ਹੈ ਜੀ, ਆਪਣੇ ਨਾਲ ਰੱਖਦੇ ਹੋ ਜੀ, ਉਹ ਹੀ ਇਸ ਜਗ ਸੰਸਾਰ ਤੋਂ ਪਾਰ ਹੁੰਦੇ ਹਨ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਅਤੇ ਜਿਨ੍ਹਾਂ ਉੱਤੇ ਗੁਰੂ ਦੀ ਮਿਹਰ ਕਿਰਪਾ ਹੋਵੇ, ਤੁਸੀਂ ਉਹਨਾਂ ਨੂੰ ਫਿਰ ਉਹਨਾਂ ਨੂੰ ਹੀ ਆਪਣੇ ਨਾਲ ਲਗਾਉਂਦੇ ਹੋ ਜੀ, ਆਪਣੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਲਗਾਉਂਦੇ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਦਾ ਆਉਣਾ ਤਾਂ ਹੀ ਸਫਲ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਤੁਸੀਂ ਇਸ ਸੰਸਾਰ ਵਿੱਚ ਭਾਵ ਲੋਕ ਪਰਲੋਕ ਵਿੱਚ ਸਿਰਜਣਹਾਰ ਹੋ। ਇਹ ਸਾਰੀ ਸ੍ਰਿਸ਼ਟੀ ਲੋਕ ਪਰਲੋਕ ਇਹ ਸਭ ਤੁਸੀਂ ਮਾਲਕ ਹੋ ਜੀ, ਤੁਸੀਂ ਇਹ ਸਾਜਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸਭ ਕੁਛ ਤੁਹਾਡੇ ਹੀ ਹੱਥ ਹੈ, ਤੁਹਾਡੇ ਹੀ ਹੁਕਮ ਵਿੱਚ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ ਹਰੀ ਦੇ ਗੁਰਮੁਖ ਸੰਤ ਜਨੋ, ਇਹੋ ਜਿਹਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਖਜ਼ਾਨਾ ਮੈਨੂੰ ਬਖਸ਼ਿਸ਼ ਕਰੋ, ਜਿਹੜਾ ਇਸ ਸੰਸਾਰ ਵਿੱਚ ਅਤੇ ਰੱਬੀ ਦਰਗਾਹ ਵਿੱਚ ਮੇਰੇ ਨਾਲ ਜੁੜੇ ਜੀ। ਭਾਵ ਲੋਕ ਪਰਲੋਕ ਵਿੱਚ, ਭਾਵ ਮੇਰੇ ਅੰਦਰ ਵਸੇ ਜੀ। ਇਹ ਅੰਦਰ ਦੀ ਗੱਲ ਹੈ ਜੀ, ਨਾ ਕਿ ਬਾਹਰ ਦੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਗੁਰਮੁਖ ਰੂਪ ਸੰਤ ਜਨੋ, ਮੈਨੂੰ ਨਿਰਗੁਣਿਆਰੇ ਨੂੰ ਮੈਨੂੰ ਮੇਰੇ ਕੋਈ ਗੁਣ ਨਹੀਂ ਆਉਂਦੇ ਜੀ। ਮੈਂ ਗੁਣਾਂ ਤੋਂ ਹੀਨ ਹਾਂ ਜੀ। ਮੈਨੂੰ ਮੇਰੇ ਨਿਗੁਣਾਂ ਨੂੰ ਬਖਸ਼ ਕੇ ਭਾਵ ਐਸੀ ਮਿਹਰ ਕਿਰਪਾ ਉਪਕਾਰ ਕਰੋ ਜੀ ਕਿ ਮੇਰਾ ਮਨ ਸਦਾ ਪਰਮੇਸ਼ਰ ਹਰੀ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਜਪਦਾ ਰਹੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਮੁਖ ਰੂਪ ਸੰਤ ਜਨੋ, ਗੁਰੂ ਦੀ ਮਿਹਰ ਤੇ ਕਿਰਪਾ ਨਾਲ ਮੈਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਹਰੀ ਮਿਲ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਕਰਕੇ ਮੇਰਾ ਮਨ ਤੇ ਤਨ ਸੀਤਲ, ਠੰਡੇ ਠਾਰ ਸੀਤਲ ਹੋ ਗਏ ਹਨ ਜੀ, ਭਾਵ ਸ਼ਾਂਤ ਹੋ ਗਏ ਹਨ ਜੀ। ਵਿਕਾਰਾਂ ਤੇ ਕਾਬੂ ਪਾ ਕੇ ਤ੍ਰਿਸ਼ਨਾਵਾਂ ਨੂੰ ਕਾਬੂ ਪਾ ਕੇ ਮੇਰਾ ਮਨ ਤਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰਾਹੀਂ ਸੀਤਲ ਹੋ ਗਿਆ ਹੈ ਜੀ। ਭਾਵ ਪੂਰਨ ਤੌਰ ਤੇ ਤ੍ਰਿਪਤ ਹੋ ਗਿਆ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਸਾਨੂੰ ਦੱਸਦੇ ਹਨ, ਨਿਰਗੁਣਿਆਰੇ ਕੋ ਗੁਣ ਕੀਜੇ, ਹਰ ਨਾਮ ਮੇਰਾ ਮਨ ਜਾਪੇ, ਸੰਤ ਪ੍ਰਸਾਦ ਨਾਨਕ ਹਰ ਭੇਟੇ, ਮਨ ਤਨ ਸੀਤਲ ਧਰਾਪੇ। ਨਿਰਗੁਣਿਆਰੇ ਕੋ ਗੁਣ ਕੀਜੇ, ਹਰ ਨਾਮ ਮੇਰਾ ਮਨ ਜਾਪੇ, ਸੰਤ ਪ੍ਰਸਾਦ ਨਾਨਕ ਹਰ ਭੇਟੇ, ਮਨ ਤਨ ਸੀਤਲ ਧਰਾਪੇ। ਇਹਨਾਂ ਪੰਕਤੀਆਂ 'ਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਜਿਸ ਤਰ੍ਹਾਂ ਮੇਰੇ ਵਿੱਚ ਕੋਈ ਗੁਣ ਨਹੀਂ ਹਨ ਜੀ, ਤੇ ਪਰਮੇਸ਼ਰ ਅੱਗੇ ਪਰਮੇਸ਼ਰ ਤੁਸੀਂ ਆਪਣੀ ਮਿਹਰ ਕਿਰਪਾ ਕਰੋ ਕਿ ਮੈਨੂੰ ਨਿਰਗੁਣਿਆਰੇ ਨੂੰ ਗੁਣਾਹੀਣ ਨੂੰ ਆਪਣਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਗੁਣ
ਦਿਓ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਗੁਰ ਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਭੇਟਾ ਮੈਨੂੰ ਕਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਸੰਤ ਰੂਪ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੇਰਾ ਮਨ ਅਤੇ ਤਨ ਸੀਤਲ ਹੋ ਗਏ ਹਨ ਜੀ, ਕਾਬੂ ਜਾਗ ਆ ਗਏ ਹਨ ਜੀ, ਰੱਜ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਤੁਸੀਂ ਮੇਰੇ ਤੇ ਆਪਣੀ ਮਿਹਰ ਕਿਰਪਾ ਕਰੋ ਕਿ ਮੇਰੇ ਮਾਇਆਵੀ ਵਿਕਾਰ ਅਤੇ ਤ੍ਰਿਸ਼ਨਾਵਾਂ ਤੇ ਮੈਂ ਕਾਬੂ ਪਾ ਕੇ ਹਮੇਸ਼ਾ ਤੁਹਾਡੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ ਆਪਣੇ ਅੰਦਰ ਵਸਾਵਾਂ ਜੀ, ਅਤੇ ਆਪਣੇ ਆਪ ਨੂੰ ਪਹਿਚਾਣ ਕੇ ਹਰ ਮੂਲ ਨਾਲ ਜੁੜ ਕੇ ਤੁਹਾਡੇ ਨਾਲ ਜੁੜਾਂ ਜੀ। ਤੁਸੀਂ ਤੇ ਮੇਰੇ ਅੰਦਰ ਹੀ ਹੋ ਜੀ। ਮੇਰੇ ਤੇ ਆਪਣੀ ਬਖਸ਼ਿਸ਼ ਕਰੋ ਕਿ ਮੈਂ ਆਪਣੇ ਹਰ ਮੂਲ ਨੂੰ ਪਹਿਚਾਨਾਂ ਜੀ, ਤੁਹਾਨੂੰ ਪਹਿਚਾਨਾਂ ਜੀ, ਜੋ ਕਿ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸੰਭਵ ਹੈ ਜੀ। ਫਿਰ ਗੁਰੂ ਜੀ ਇਸ ਸ਼ਬਦ ਦੀ ਇਸ ਪੰਕਤੀ ਵਿੱਚ ਕਹਿੰਦੇ ਹਨ, ਐਸਾ ਨਿਧਾਨ ਦੇ ਮੋਕੋ ਹਰ ਜਨ ਚੱਲੇ ਹਮਾਰੇ ਸਾਥੇ। ਐਸਾ ਨਿਧਾਨ ਭਾਵ ਖਜ਼ਾਨਾ ਮੈਨੂੰ ਦਿਓ ਜਿਹੜਾ ਮੇਰੇ ਨਾਲ ਜਾਏ। ਬਾਕੀ ਤ੍ਰਿਸ਼ਨਾਵਾਂ ਅਤੇ ਵਿਕਾਰ ਤੇ ਸਾਰਾ ਕੁਛ ਇੱਥੇ ਹੀ ਰਹਿ ਜਾਣਾ ਹੈ। ਨਾਲ ਜਾਣਾ ਹੈ ਤੇ ਸਿਰਫ ਇਨ ਗੁਰਸ਼ਬਦ ਗੁਰਬਾਣੀ ਨਾਮ ਦਾ ਨਿਧਾਨ, ਨਾਮ ਦਾ ਖਜ਼ਾਨਾ ਜਾਣਾ ਹੈ ਜੀ। ਇਹ ਹੀ ਗੁਰਮੁਖੋ ਅਸੀਂ ਪਰਮੇਸ਼ਰ ਅੱਗੇ ਬੇਨਤੀ ਤੇ ਅਰਦਾਸ ਕਰਨੀ ਹੈ ਜੀ ਕਿ ਇਸ ਪਰਮੇਸ਼ਰ ਸਾਨੂੰ ਅਣਜਾਣਾ ਨੂੰ, ਗੁਣਹੀਣਾ ਨੂੰ ਆਪਣੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਚਰਨਾਂ ਨਾਲ ਜੋੜ ਕੇ ਸਾਡਾ ਇਸ ਸੰਸਾਰ ਸਾਗਰ ਤੇ ਆਉਣਾ ਸਫਲ ਕਰ ਦੇਣ ਜੀ, ਤਾਰ ਦੇਣ ਜੀ, ਮਨੁੱਖਾ ਜੀਵਨ ਸਫਲ ਹੋਵੇ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।